ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਅੱਜ ਅਲਜੈਬਰੇ ਦਾ ਨਵਾਂ ਟੌਪਿਕ ਸ਼ੁਰੂ ਕਰਨਾ ਹੈ, ਹੋਮੋਮੋਰਫਿਜ਼ਮ। ਇਹ ਨਵਾਂ ਚੈਪਟਰ ਵੀ ਹੈ। ਕੋਈ ਵੀ ਨਵਾਂ ਚੈਪਟਰ ਜਾਂ ਟੌਪਿਕ ਤਾਂ ਸਮਝ ਆਊਗਾ ਉਹਦੀ ਸਟਾਰਟਿੰਗ ਸਮਝ ਆਈ ਹੋਵੇ ਚੰਗੀ ਤਰ੍ਹਾਂ। ਇਹ ਸਟਾਰਟਿੰਗ ਹੈ, ਇਹ ਸਟਾਰਟਿੰਗ ਸਮਝ ਆਊਗੀ ਤਾਂ ਅੱਗੇ ਟੌਪਿਕ ਸਮਝ ਆਊਗਾ ਪੂਰਾ। ਤੇ ਇਸ ਚੈਪਟਰ 'ਚ ਜੋ ਆਪਾਂ ਨੇ ਫੰਕਸ਼ਨ ਪਹਿਲਾਂ ਪਿਛਲੇ ਲੈਕਚਰ 'ਚ ਪੜ੍ਹਿਆ ਹੈਗਾ, ਫੰਕਸ਼ਨ ਟੌਪਿਕ, ਉਹ ਟੌਪਿਕ ਵਿੱਚ ਕਾਫੀ ਯੂਜ਼ ਹੋਊਗਾ। ਜਿਹਨੂੰ ਫੰਕਸ਼ਨ ਬਾਰੇ ਕਲੀਅਰ ਹੈਗਾ ਉਹਨੂੰ ਇਹ ਸੌਖਾ ਸਮਝ ਆ ਜਾਏਗਾ। ਹੋਮੋਮੋਰਫਿਜ਼ਮ ਕੀ ਹੁੰਦੀ ਹੈਗੀ ਹੈ, ਡਿਫਾਈਨ ਕਰ ਰਹੇ ਆਪਾਂ। ਲੈਟ ਕਰ ਲਿਆ, ਲੈਟ ਜੀ ਓ ਲੈ ਲਿਆ, ਅੰਡਰ ਆਪਰੇਸ਼ਨ ਓ ਜਾਂ ਅੰਡਰ ਕੰਪੋਜੀਸ਼ਨ ਓ। ਇੱਕ ਆ ਗਰੁੱਪ ਲੈ ਲਿਆ, ਇੱਕ ਆਪਾਂ ਜੀ ਡੈਸ਼ ਗਰੁੱਪ ਲੈ ਲਿਆ, ਅੰਡਰ ਕੰਪੋਜੀਸ਼ਨ ਸਟਾਰ। ਬੀ ਐਨੀ ਟੂ ਗਰੁੱਪਸ, ਇਹ ਆਪਾਂ ਨੇ ਕੋਈ ਦੋ ਗਰੁੱਪਸ ਮੰਨ ਲਏ। ਦੈਨ ਐਂਡ ਐਫ a function from G to G dash, फंक्शन कह लो, मैप कह लो, मैपिंग कह लो या ट्रांसफॉर्मेशन कह लो, is said to be homomorphism if and only if। ਹੁਣ ਗੱਲ ਧਿਆਨ ਰੱਖਣਾ, ਹੋਮੋਮੋਰਫਿਜ਼ਮ ਕੀ ਹੁੰਦਾ। ਜਿਵੇਂ 1-1 ਕੀ ਹੁੰਦਾ, 1-1 on to, ਇਹ ਕੀ ਹੁੰਦੇ ਨੇ? ਇਹ ਜੋ ਟਰਮਾਂ ਹੈਗੀਆਂ ਨੇ ਇਹ ਫੰਕਸ਼ਨ ਨਾਲ ਲਿੰਕ ਨੇ। ਮਤਲਬ ਜਿਵੇਂ ਆ ਦੋ ਗੱਲਾਂ ਦੀ ਆਪਾਂ ਗੱਲ ਕਰੀਏ, ਇਹ ਕਿਹਦੇ ਨਾਲ ਲਿੰਕ ਨੇ? ਫੰਕਸ਼ਨ ਨਾਲ ਲਿੰਕ ਨੇ। ਮਤਲਬ 1-1 ਤੇ on to ਫੰਕਸ਼ਨ ਵਾਸਤੇ ਹੁੰਦਾ ਇੱਕ ਫੰਕਸ਼ਨ ਜੋ ਸਪੈਸ਼ਲ ਪ੍ਰੋਪਰਟੀ ਸੈਟਿਸਫਾਈ ਕਰੇ ਉਹਨੂੰ 1-1 ਕਹਿੰਦੇ ਆ, ਤੇ ਉਹੀ ਫੰਕਸ਼ਨ ਕੋਈ ਹੋਰ ਸਪੈਸ਼ਲ ਪ੍ਰੋਪਰਟੀ ਸੈਟਿਸਫਾਈ ਕਰੇ ਉਹਨੂੰ on to ਕਹਿੰਦੇ ਆ। ਜਿਵੇਂ ਹਰੇਕ ਦੀ ਪ੍ਰੀ ਬੇਸ ਆਵੇ on to ਆ, ਜਿਨ੍ਹਾਂ ਦੀ ਆ ਰਹੀ ਆ ਉਹ ਯੂਨੀਕ ਆਵੇ ਉਹ 1-1 ਦਾ ਪ੍ਰੋਪਰਟੀ। ਇਹ ਦੋਨੇ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸਾਹਮਣੇ ਤਾਂ ਆਉਣਗੀਆਂ ਜੇ ਫੰਕਸ਼ਨ ਹੋਊਗਾ। ਮਤਲਬ ਇਹ ਦੋਨੇ ਗੱਲਾਂ ਫੰਕਸ਼ਨ ਨਾਲ ਲਿੰਕ ਨੇ। ਉਵੇਂ ਹੋਮੋਮੋਰਫਿਜ਼ਮ ਜੋ ਹੈ ਇਹ ਵੀ ਫੰਕਸ਼ਨ ਦੇ ਨਾਲ ਲਿੰਕ ਆ। ਹੋਮੋਮੋਰਫਿਜ਼ਮ ਮਤਲਬ ਫੰਕਸ਼ਨ ਨੂੰ 1-1 ਕਦੋਂ ਕਹਾਂਗੇ? ਅਗਰ ਜਿਨ੍ਹਾਂ ਦੀ ਪ੍ਰੀ ਇਮੇਜ ਆ ਰਹੀ ਹੈ ਯੂਨੀਕ ਆਵੇ। ਫੰਕਸ਼ਨ ਨੂੰ on to ਕਦੋਂ ਕਹਾਂਗੇ? ਜਦੋਂ ਸਾਰਿਆਂ ਦੀ ਪ੍ਰੀ ਇਮੇਜ ਆਵੇ। ਉਵੇਂ ਇਹਦੇ ਵਿੱਚ ਆ ਫੰਕਸ਼ਨ ਨੂੰ ਆਪਾਂ ਹੋਮੋਮੋਰਫਿਜ਼ਮ ਕਦੋਂ ਕਹਾਂਗੇ? ਜਿਹੜੀ ਹੋਮੋਮੋਰਫਿਜ਼ਮ ਹੈਗਾ ਇਹ ਫੰਕਸ਼ਨ ਦੀ ਗੱਲ ਹੋ ਰਹੀ ਹੈ। ਫੰਕਸ਼ਨ ਕੀ ਹੈ? ਦੋ ਗਰੁੱਪ ਦੇ ਵਿੱਚ ਲੱਗਿਆ ਹੈ, ਗਰੁੱਪ G ਤੋਂ ਗਰੁੱਪ G ਡੈਸ਼ ਜਾ ਰਿਹਾ। ਤੇ ਹੋਮੋਮੋਰਫਿਜ਼ਮ ਕਦੋਂ ਕਹਾਂਗੇ? ਜਦੋਂ F A O B, ਧਿਆਨ ਰੱਖਿਓ ਜੀ ਆਪਾਂ ਆਪਰੇਸ਼ਨ ਜਨਰਲ ਸਟਾਰ ਮੰਨਦੇ ਆ ਰਹੇ ਹਾਂ। ਜਿਨ੍ਹਾਂ ਨੇ ਪਿੱਛੇ ਗਰੁੱਪ ਚੈਪਟਰ ਦੇ ਵਿੱਚ ਐਗਜ਼ਾਮਪਲ ਜਾਂ ਕੁਐਸਚਨ ਪ੍ਰੋਪਰ ਟਰਾਈ ਕੀਤੇ ਹੋਣਗੇ ਉਹ ਕਈ ਵਾਰੀ ਆਪਰੇਸ਼ਨ O ਵੀ ਆਉਂਦਾ, ਇਹ ਆਪਰੇਸ਼ਨ ਹੀ ਆ। ਜਿਵੇਂ ਆਪਾਂ ਕਹਿ ਦਈਏ ਕਿ A ਸਟਾਰ B ਹੈਗਾ A ਪਲੱਸ B ਪਲੱਸ AB, ਉਵੇਂ A O B ਇਹ ਵੀ ਇੱਕ ਜਨਰਲ ਆਪਰੇਸ਼ਨ ਆ, ਇਹ ਵੀ ਇੱਕ ਜਨਰਲ ਆਪਰੇਸ਼ਨ। ਸੋ F O B ਇਕੁਅਲ ਟੂ F A ਸਟਾਰ F ਆਫ B। ਜੇ ਇਹ ਦੋਨੇ ਇਕੁਅਲ ਆ ਗਏ ਤਾਂ ਹੋਮੋਮੋਰਫਿਜ਼ਮ ਕਹਾਂਗੇ। ਇਫ ਐਂਡ ਓਨਲੀ ਫਾਰ ਇਹ ਡੈਫੀਨੇਸ਼ਨ ਦੇ ਵਿੱਚ ਹੀ ਹੈ। ਜੇ ਹੋਮੋਮੋਰਫਿਜ਼ਮ ਆ ਤਾਂ ਦੋਨੇ ਪੱਕਾ ਇਕੁਅਲ ਹੋਣਗੇ, ਜੇ ਦੋਨੇ ਪੱਕਾ ਇਕੁਅਲ ਆ ਗਏ ਤਾਂ ਹੋਮੋਮੋਰਫਿਜ਼ਮ ਕਹਾਂਗੇ। ਇਹ ਡੈਫੀਨੇਸ਼ਨ ਹੈ ਹੋਮੋਮੋਰਫਿਜ਼ਮ ਦੀ। ਤੇ ਹੋਮੋਮੋਰਫਿਜ਼ਮ ਕਹਿਣਾ ਕੀ ਇਹਨੂੰ ਆ? ਗਰੁੱਪ ਨੂੰ ਨਹੀਂ ਕਹਿਣਾ, ਇਹ ਕਹਿਣਾ ਹੈਗਾ ਫੰਕਸ਼ਨ ਨੂੰ, ਇੱਕ ਅਜਿਹੇ ਫੰਕਸ਼ਨ ਨੂੰ ਜੋ ਗਰੁੱਪ ਤੋਂ ਗਰੁੱਪ ਜਾ ਰਿਹਾ। ਹੁਣ ਇਹ ਗੱਲ ਆਪਾਂ ਸਮਝਣੀ ਆ ਸਾਰੀ, ਇਹ ਗੱਲ ਹੈ ਕੀ ਹੈ, ਕੀ ਕਹਿ ਕੀ ਰਿਹਾ ਉਹ ਧਿਆਨ ਦਿਓ ਕਿਵੇਂ ਆ। ਦੇਖਿਓ ਧਿਆਨ, ਜਿਵੇਂ ਆਹ ਡਾਇਗਰਾਮ ਆਪਾਂ ਫੰਕਸ਼ਨ 'ਚ ਆਮ ਤੌਰ ਤੇ ਬਣਾਉਂਦੇ ਰਹਿੰਦੇ ਆ, ਬਣਾਈ ਸੀਗੀ ਉਹ ਮੇਰੇ 'ਚ ਫੰਕਸ਼ਨ ਦੀ ਗੱਲ ਹੋ ਰਹੀ ਕਿਉਂਕਿ ਹੋਮ ਚੈਪਟਰ ਨਾਮ ਹੀ ਹੋਮੋਮੋਰਫਿਜ਼ਮ। ਤੇ ਹੋਮੋਮੋਰਫਿਜ਼ਮ ਕਿਹਦੇ ਨਾਲ ਲਿੰਕ ਆ? ਇਹ ਫੰਕਸ਼ਨ ਨਾਲ ਲਿੰਕ ਆ। ਤਾਂ ਫੰਕਸ਼ਨ ਦੀ ਹੀ ਗੱਲ ਹੋਣੀ ਹੈ ਹਮੇਸ਼ਾ। ਜੇ ਫੰਕਸ਼ਨ ਦੀ ਗੱਲ ਹੋਣੀ, ਜੇ ਪਿੱਛੇ ਆਪਾਂ ਫੰਕਸ਼ਨ ਪੜ੍ਹਿਆ ਸੀ ਇਹਨਾਂ ਚੈਪਟਰਾਂ ਦੇ ਵਿੱਚ ਹੀ ਟੌਪਿਕ ਪੜ੍ਹਿਆ ਸੀਗਾ, ਜੇ ਨਹੀਂ ਧਿਆਨ 'ਚ ਹੈਗਾ ਪਹਿਲਾਂ ਟੌਪਿਕ ਪੜ੍ਹ ਲਈਓ ਜੀ, ਸੁਣ ਲਿਓ ਉਹੀ ਜੋ ਪਿੱਛੇ ਆਪਾਂ ਲੈਕਚਰ ਲਾਏ ਹੋਏ। ਤੇ ਜਿਹੜਾ ਫੰਕਸ਼ਨ ਆਪਾਂ ਪੜ੍ਹਿਆ ਸੀਗਾ ਉਹਦੇ ਵਿੱਚ ਮੋਸਟਲੀ ਡਾਇਗਰਾਮਾਂ ਨਾਲ ਹੀ ਕਨਸੈਪਟ ਸਮਝਾਏ ਸੀ। ਹੁਣ ਇਹ ਵੀ ਹੋਮੋਮੋਰਫਿਜ਼ਮ ਵੀ ਡਾਇਗਰਾਮ ਨਾਲ ਸਮਝਣੇ ਆਪਾਂ। ਧਿਆਨ ਦਿਓ ਕੀ ਹੈ, ਇਹਦੇ ਇੱਥੇ ਗਰੁੱਪ G ਆ, ਇੱਥੇ ਗਰੁੱਪ G ਡੈਸ਼ ਆ, ਇਹ ਦੋ ਗਰੁੱਪ ਨੇ। ਤੇ
ਇਹ ਏ ਬੀ ਕਿਹਦੇ ਵਿੱਚ ਨੇ? ਫॉर ऑल ਏ ਬੀ ਬਿਲੋਂਗਸ ਟੂ ਜੀ। ਏ ਬੀ ਜੀ ਚ ਨੇ ਗਰੁੱਪ ਚ, ਮਤਲਬ ਆਪਾਂ ਨੇ ਏ ਬੀ ਗਰੁੱਪ ਚ ਲੈਣੇ। ਜੇ ਅੰਡਰ ਐਫ ਇਹਦੀ ਇਮੇਜ ਕੱਢਾਂਗੇ ਆਪਾਂ, ਉਹ ਕਿੰਨੀ ਆਊਗੀ? ਐਫ ਆਫ ਏ ਇਮੇਜ ਗਿਆ ਸੀ, ਇਹ ਸਾਰਾ ਪੁਰਾਣਾ ਕੰਮ ਹੈ ਜੀ। ਇਹ ਐਫ ਆਫ ਬੀ ਆ ਗਈ। ਹੁਣ ਆਹ ਗੱਲ ਸਮਝਣੀ ਹੈ ਕੀ ਹੈਗਾ। ਇਹ ਆਪਰੇਸ਼ਨ ਕਿਹਦੇ ਵਿੱਚ ਆ? ਗਰੁੱਪ ਜੀ ਵਿੱਚ। ਮਤਲਬ ਇਹ ਗਰੁੱਪ ਦੇ ਵਿੱਚ ਆਪਰੇਸ਼ਨ ਕੀ ਹੈਗਾ ਆਪਣੇ ਕੋਲ? ਉਹ ਆ। ਪਹਿਲਾਂ ਕੀ ਕਰਨਾ, ਇਹਨਾਂ ਦੋਨਾਂ ਨੂੰ ਆਪਰੇਟ ਕਰਨ ਵਾਸਤੇ ਕਿਹਾ, ਬਾਅਦ ਵਿੱਚ ਫੰਕਸ਼ਨ ਲਾਉਣਾ ਇਹਦੇ ਉੱਪਰ। ਪਹਿਲਾਂ ਇਹਨਾਂ ਨੂੰ ਆਪਰੇਟ ਕੀਤਾ, ਮੰਨ ਲਓ ਇਹਨਾਂ ਨੂੰ ਆਪਰੇਟ ਕੀਤਾ, ਕਿੰਨਾ ਆਊਗਾ? ਏ ਓ ਬੀ। ਆਪਰੇਸ਼ਨ ਜਿਹੜਾ ਹੈਗਾ ਜੋ ਗਰੁੱਪ ਦੇ ਵਿੱਚ ਹੁੰਦਾ ਹੈਗਾ ਉਹੀ ਆਪਰੇਸ਼ਨ ਆਪਾਂ ਲਗਾਉਣਾ ਹੁੰਦਾ। ਗਰੁੱਪ 'ਚ ਆਪਰੇਸ਼ਨ ਕੀ ਆ? ਏ ਓ ਬੀ, ਉਹ ਆਪਰੇਸ਼ਨ ਏ ਓ ਬੀ ਲਾਤਾ, ਇਹਦਾ ਫੰਕਸ਼ਨ ਕੱਢ ਲਿਆ ਆਪਾਂ ਨੇ। ਇਹ ਕੀ ਹੈਗਾ? ਆਪਣੀ ਇਹਦੀ ਇਮੇਜ ਕੱਢ ਲਈ, ਐਫ ਆਫ ਏ ਓ ਬੀ ਆ। ਇਹ ਐਫ ਆਫ ਏ ਓ ਬੀ ਆ ਗਏ। ਇਹ ਕਿਹਦੇ ਬਰਾਬਰ ਹੋਊਗਾ? ਇਹ ਲਿਖਿਆ ਹੋਮੋਮੋਰਫਿਜ਼ਮ ਦੇ ਵਿੱਚ, ਇਹ ਐਫ ਆਫ ਏ ਸਟਾਰ ਐਫ ਆਫ ਬੀ ਦੇ ਬਰਾਬਰ ਹੋਊਗਾ। ਇਹ ਦਿੱਤਾ ਹੋਇਆ ਆਪਾਂ ਨੂੰ। ਹੁਣ ਇਹ ਗੱਲ ਸਮਝਣੀ ਹੈ, ਗੱਲ ਹੋ ਕੀ ਰਹੀ ਹੈ ਕਿ ਹੋਮੋਮੋਰਫਿਜ਼ਮ ਕਿਉਂ? ਜੇ ਆਪਾਂ 1-1 ਚ ਪੜ੍ਹਿਆ ਸੀ ਕਿ ਪ੍ਰੀ ਇਮੇਜ ਯੂਨੀਕ ਆਵੇ, ਔਨ ਟੂ ਪਰੇ ਸਾਰਿਆਂ ਦੀ ਪ੍ਰੀ ਇਮੇਜ ਆਵੇ ਜੀ, ਉੱਦਾਂ ਸਮਝਣਾ ਕਿ ਇਹ ਚ ਹੋ ਕੀ ਰਿਹਾ, ਇਹ ਚ ਗੱਲ ਕਿੱਦਾਂ ਹੈਗੀ ਆ ਕਿ ਹੋਮੋਮੋਰਫਿਜ਼ਮ ਹੁੰਦਾ ਕੀ ਹੈਗਾ। ਉਹ ਧਿਆਨ ਦਿਓ, ਹੋਮੋਮੋਰਫਿਜ਼ਮ ਹੁੰਦਾ ਹੈਗਾ ਕਿ ਚਾਹੇ ਪਹਿਲਾਂ ਆਪਰੇਟ ਕਰ ਲਓ ਐਲੀਮੈਂਟਸ ਨੂੰ, ਆ ਪਹਿਲਾਂ ਆਪਰੇਟ ਕੀਤਾ, ਆਪਰੇਟ ਕਰਕੇ ਫਿਰ ਆਪਾਂ ਫੰਕਸ਼ਨ ਦੀ ਇਮੇਜ ਕੱਢ ਲਓ, ਉਹਦੇ ਕੋਈ ਫੰਕਸ਼ਨ ਲਗਾ ਲਓ ਜਾਂ ਇਮੇਜ ਕੱਢ ਲਓ। ਪਹਿਲਾਂ ਆਪਰੇਟ ਕਰਕੇ ਫਿਰ ਇਮੇਜ ਕੱਢ ਲਓ, ਜਾਂ ਇਹ ਕੀ ਹੋ ਰਿਹਾ? ਇਹ ਪਹਿਲਾਂ ਫੰਕਸ਼ਨ ਕੱਢ ਰਹੇ, ਪਹਿਲਾਂ ਇਮੇਜ ਕੱਢ ਰਹੇ, ਬਾਅਦ ਵਿੱਚ ਆਪਰੇਟ ਕੀਤਾ। ਪਹਿਲਾਂ ਇਮੇਜਿਸ ਕੱਢੀ ਹੈ, ਏ ਦੀ ਇਮੇਜ ਆ ਗਈ, ਬੀ ਦੀ ਇਮੇਜ ਆ ਗਈ, ਇਹ ਦੋਨਾਂ ਇਮੇਜਿਸ ਆ ਗਏ, ਇਹ ਦੋਨਾਂ ਨੂੰ ਬਾਅਦ 'ਚ ਆਪਰੇਟ ਕੀਤਾ। ਹੁਣ ਆਪਣੀ ਦਿਮਾਗ ਲਗਾ ਸਕਦੇ ਹਾਂ, ਜੀ ਡੈਸ਼ 'ਚ ਆਪਰੇਸ਼ਨ ਕੀ ਹੈ? ਆਪਰੇਟ ਕਰਨ ਵਾਸਤੇ ਸਟਾਰ ਆਵੇ, ਜਿਹੜਾ ਆਪਰੇਸ਼ਨ ਗਰੁੱਪ 'ਚ ਹੁੰਦਾ ਹੈਗਾ ਉਹੀ ਲਗਾਉਣਾ, ਤਾਂ ਸਟਾਰ ਲਾਇਆ। ਇਹ ਕੀ ਆ? ਇਹ ਹੈਗਾ ਪਹਿਲਾਂ ਆਪਾਂ ਨੇ ਇਮੇਜਿਸ ਕੱਢੀਆਂ ਨੇ, ਪਹਿਲਾਂ ਆਪਾਂ ਐਫ ਆਫ ਏ ਕੱਢਿਆ, ਫਿਰ ਐਫ ਆਫ ਬੀ ਕੱਢਿਆ, ਨਿਕਲ ਗਏ, ਬਾਅਦ ਵਿੱਚ ਆਪਾਂ ਆਪਰੇਟ ਕੀਤਾ। ਹੁਣ ਆਪਰੇਟ ਸਟਾਰ ਕਿਉਂ ਆਊਗਾ? ਬਿਕੋਜ਼ ਜਦੋਂ ਇਮੇਜਿਸ ਆਪਾਂ ਕੱਢਾਂਗੇ ਉਹ ਜੀ ਡੈਸ਼ 'ਚ ਆਉਣਗੀਆਂ ਅਤੇ ਜੀ ਡੈਸ਼ ਦੇ ਵਿੱਚ ਆਪਰੇਸ਼ਨ ਕੀ ਗਿਵਨ? ਆਪਾਂ ਨੂੰ ਸਟਾਰ ਗਿਵਨ। ਇਹ ਆ ਗਿਆ। ਚਾਹੇ ਇਦਾਂ ਕਰ ਲਓ, ਪਹਿਲਾਂ ਇਮੇਜਿਸ ਕੱਢ ਕੇ ਫਿਰ ਆਪਰੇਟ ਕਰ ਲਓ, ਇਹਨਾਂ ਨੂੰ ਆਪਰੇਟ ਕੀਤਾ, ਆ ਗਿਆ। ਜਾਂ ਪਹਿਲਾਂ ਆਪਰੇਟ ਕਰ ਲਓ, ਪਹਿਲਾਂ ਆਪਰੇਟ ਕੀਤਾ, ਹੁਣ ਆਪਰੇਟ ਉਹ ਕਿਉਂ ਪਾਇਆ? ਬਿਕੋਜ਼ ਇਹ ਆਪਰੇਸ਼ਨ ਜੀ 'ਚ ਹੋ ਰਿਹਾ, ਤੇ ਜੀ 'ਚ ਆਪਰੇਸ਼ਨ ਕੀਤਾ ਹੋਇਆ ਆਪਾਂ ਨੂੰ ਉਹ। ਇਹ ਪਹਿਲਾਂ ਆਪਰੇਟ ਕੀਤਾ, ਪਹਿਲਾਂ ਆਪਰੇਟ ਕਰਕੇ ਬਾਅਦ 'ਚੋਂ ਫੰਕਸ਼ਨ ਕੱਢਿਆ, ਇਹ ਇਮੇਜ ਕੱਢੀ, ਇੱਦਾਂ ਕਰੋ ਫੰਕਸ਼ਨ ਇਮੇਜ, ਪਹਿਲਾਂ ਆਪਰੇਟ ਕਰਕੇ ਫਿਰ ਇਮੇਜ ਕੱਢੀ ਹੈ। ਇਹ ਕੀ ਹੈਗਾ? ਇਹਦੇ ਵਿੱਚ ਪਹਿਲਾਂ ਇਮੇਜ ਕੱਢੀ ਹੈ, ਬਾਅਦ 'ਚੋਂ ਆਪਰੇਟ ਕੀਤਾ। ਦੁਬਾਰਾ ਬੋਲ ਰਿਹਾ, ਇਹਦੇ 'ਚ ਪਹਿਲਾਂ ਆਪਾਂ ਆਪਰੇਟ ਕੀਤਾ, ਬਾਅਦ ਵਿੱਚ ਇਮੇਜ ਕੱਢੀ ਹੈ। ਇਹਦੇ ਵਿੱਚ ਪਹਿਲਾਂ ਆਪਾਂ ਇਮੇਜਿਸ ਕੱਢੀਆਂ ਨੇ, ਬਾਅਦ 'ਚ ਆਪਰੇਟ ਕੀਤਾ। ਉਰੇ ਉਹ ਕਿਉਂ ਪਾਇਆ? ਬਿਕੋਜ਼ ਇਹ ਆਪਰੇਸ਼ਨ ਗਰੁੱਪ ਦੇ ਜੀ 'ਚ ਹੋ ਰਿਹਾ ਸੀਗਾ। ਉਰੇ ਸਟਾਰ ਕਿਉਂ ਪਾਇਆ? ਬਿਕੋਜ਼ ਇਹ ਆਪਰੇਸ਼ਨ ਗਰੁੱਪ ਜੀ ਡੈਸ਼ 'ਚ ਹੋ ਰਿਹਾ ਸੀ। ਇਹਨਾਂ ਆਪਰੇਸ਼ਨ ਲੱਗ ਲੱਗਦੇ, ਜੇ ਬਰਾਬਰ ਆਵੇ ਆਂਸਰ ਨੂੰ ਹੋਮੋਮੋਰਫਿਜ਼ਮ ਕਹਿੰਦੇ ਆ। ਹੋਮੋਮੋਰਫਿਜ਼ਮ ਕੀ ਹੁੰਦੀ ਆ? ਪਹਿਲਾਂ ਆਪਰੇਟ ਕਰਕੇ ਫਿਰ ਇਮੇਜ ਕੱਢ ਲਵੋ, ਜਾਂ ਪਹਿਲਾਂ ਇਮੇਜਿਸ ਕੱਢ ਲਵੋ, ਬਾਅਦ 'ਚ ਆਪਰੇਟ ਕਰ ਲਵੋ। ਜੇ ਆਂਸਰ ਹਮੇਸ਼ਾ ਬਰਾਬਰ ਆਵੇ ਤਾਂ ਇਹ ਫੰਕਸ਼ਨ ਨੂੰ ਕਹਿੰਦੇ ਹੈਗੇ ਆਪਾਂ ਹੋਮੋਮੋਰਫਿਜ਼ਮ। ਕੀ ਹੋਮੋਮੋਰਫਿਜ਼ਮ ਆ? ਫਰਕ ਨਹੀਂ ਪੈਂਦਾ, ਜਿਸ ਤਰ੍ਹਾਂ ਮਰਜ਼ੀ ਕਰ ਲਓ, ਇਹਨੂੰ ਆਪਾਂ ਹੋਮੋਮੋਰਫਿਜ਼ਮ ਕਹਾਂਗੇ। ਹੁਣ ਅੱਗੇ ਗੱਲ ਧਿਆਨ ਰੱਖਣੀ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਆਪਰੇਸ਼ਨ ਅਲੱਗ-ਅਲੱਗ ਨਹੀਂ। ਹੁਣ ਤੁਹਾਨੂੰ ਧਿਆਨ ਦੇ ਵਿੱਚ ਹੋਵੇ, ਜਿਹੜੇ ਪਿੱਛੇ ਆਪਾਂ ਗਰੁੱਪ ਦੇ ਸਬ ਗਰੁੱਪ ਦੇ ਕੁਐਸਚਨ ਕਰਦੇ ਆ ਰਹੇ ਹਾਂ, ਉਹਦੇ ਵਿੱਚ ਸਟਾਰ ਦੀ ਥਾਂ ਤੇ ਆਪਾਂ ਮਲਟੀਪਲਾਈ ਆਪਰੇਸ਼ਨ ਮੰਨਦੇ ਸੀਗੇ ਕਿ ਸੌਖਾ ਰਹੇ ਲਿਖਣਾ। ਮਤਲਬ ਆਪਾਂ ਏ ਸਟਾਰ ਬੀ ਨੂੰ ਏ ਬੀ ਲੈਂਦੇ ਸੀਗੇ। ਹੁਣ ਇੱਥੇ ਵੀ ਸੌਖਾ ਲਿਖਣ ਵਾਸਤੇ ਔਰ ਇਹਨੂੰ ਸਿੰਪਲ ਏ ਬੀ ਲੈ ਰਹੇ। ਹੁਣ ਇਹ ਗੱਲ ਜੋ ਹੈ ਇਹ ਸਮਝ ਕੇ ਸਮਝਾਉਗੀ। ਪਹਿਲੀ ਗੱਲ ਦੇਖ ਲਓ, ਸਾਰਿਆਂ ਵਾਸਤੇ ਜੇ ਬਰਾਬਰ ਆਵੇ, ਫॉर ऑल ਆਉਂਦਾ ਕਿ ਸਾਰਿਆਂ ਵਾਸਤੇ ਜੇ ਬਰਾਬਰ ਆਵੇ ਤਾਂ ਹੋਮੋਮੋਰਫਿਜ਼ਮ ਕਹਾਂਗੇ। ਹੁਣ ਇਹ ਗੱਲ ਸਮਝ ਕੇ ਸਮਝਾਉਗੀ।
ਇਹ ਆਪਾਂ ਪਹਿਲਾਂ ਬਹੁਤ ਵਾਰੀ ਕਰ ਚੁੱਕੇ ਹਾਂ। ਜਿਹੜੀ ਮਲਟੀਪਲੀਕੇਸ਼ਨ ਹੈਗੀ ਆ, ਆਹ ਵਾਲੀ ਮਲਟੀਪਲੀਕੇਸ਼ਨ ਯੂਜ਼ੂਅਲ ਨਹੀਂ ਹੈਗੀ, ਜਿਹੜੀ ਆਪਾਂ ਆਮ ਤੌਰ ਤੇ ਕਰਦੇ ਹਾਂ ਉਹ ਨਹੀਂ ਹੈਗੀ। ਇਹ ਮਲਟੀਪਲਾਈ ਕਿਉਂ ਪਾਈ ਹੈ ਕਿ ਆਪਾਂ ਨੂੰ ਲਿਖਣਾ ਸੌਖਾ ਰਹੇ, ਤੇ ਮਲਟੀਪਲਾਈ ਹੀ ਕਿਉਂ ਪਾਉਂਦੇ ਆ, ਪਲੱਸ ਕਿਉਂ ਨਹੀਂ ਪਾਉਂਦੇ, ਬਿਕੋਜ਼ ਜੋ ਇਹਦੀਆਂ ਪ੍ਰੋਪਰਟੀਜ਼ ਨੇ ਉਹ ਮੋਸਟਲੀ ਮਲਟੀਪਲਾਈ ਨਾਲ ਮੈਚ ਕਰਦੀਆਂ, ਤਾਂ ਆਪਾਂ ਮਲਟੀਪਲਾਈ ਆਪਰੇਸ਼ਨ ਲਿਆ ਹੈਗਾ। ਇਹ ਪਹਿਲਾਂ ਆਪਾਂ ਸਾਰਾ ਪੜ੍ਹ ਚੁੱਕੇ ਹਾਂ। ਹੁਣ ਇਹਦੇ ਵਿੱਚ ਕੀ ਹੈਗਾ, ਜੇ f of AB equal to f of A into f of B ਬਰਾਬਰ ਆ ਜਾਵੇ ਤਾਂ ਹੋਮੋਮੋਰਫਿਜ਼ਮ ਕਹਾਂਗੇ। ਸ਼ਾਰਟ ਫਾਰਮ ਆਪਾਂ ਇਦਾਂ ਯੂਜ਼ ਕਰਾਂਗੇ, ਪ੍ਰੋਪਰ ਮੀਨਿੰਗ ਇਹੀ ਹੈ। ਕਿਵੇਂ, ਇਹ ਮਲਟੀਪਲੀਕੇਸ਼ਨ ਦਾ ਮੀਨਿੰਗ ਕੁਝ ਹੋਰ ਆ ਤੇ ਇਹ ਮਲਟੀਪਲੀਕੇਸ਼ਨ ਦਾ ਮੀਨਿੰਗ ਕੁਝ ਹੋਰ। ਜਿਹੜੀ ਆਪਾਂ ਥਿਊਰਮਸ ਕਰਾਂਗੇ ਜੀ, ਉਹਦੇ ਵਿੱਚ ਦੋਨੇ ਪਾਸੇ ਮਲਟੀਪਲਾਈ ਪਾਵਾਂਗੇ, ਪਰ ਇਹ ਗੱਲ ਸਮਝ ਕੇ ਚਲਾਉਣੀ ਹੈਗੀ ਹੈ, ਸਮਝ ਕੇ ਚੱਲਣਾ ਕਿ ਜਿਹੜਾ ਇਹ ਵਾਲਾ ਆਪਰੇਸ਼ਨ ਹੈਗਾ ਮਲਟੀਪਲੀਕੇਸ਼ਨ ਵਾਲਾ, ਇਹਨੂੰ ਸੌਖਾ ਲਿਖਣ ਵਾਸਤੇ ਕੀਤਾ ਆਪਾਂ। ਤਾਂ ਇਹ ਮਲਟੀਪਲੀਕੇਸ਼ਨ ਜਿਹੜੀ ਹੋਊਗੀ ਇਹ ਉਹ ਆਪਰੇਸ਼ਨ ਹੋਊਗਾ ਜੋ ਗਰੁੱਪ G ਵਿੱਚ, ਤੇ ਆਹ ਮਲਟੀਪਲੀਕੇਸ਼ਨ ਉਹ ਆਪਰੇਸ਼ਨ ਹੋਊਗਾ ਜੋ ਗਰੁੱਪ G' ਦੇ ਵਿੱਚ। ਇਹ ਦੋਨੇ ਸੇਮ ਮਲਟੀਪਲੀਕੇਸ਼ਨ ਨਹੀਂ ਹੈਗੀਆਂ ਅਤੇ ਯੂਜ਼ੂਅਲ ਮਲਟੀਪਲੀਕੇਸ਼ਨ ਨਹੀਂ ਹੈਗੀ। ਥਿਊਰਮ ਦੇ ਵਿੱਚ ਆਪਾਂ ਡਾਇਰੈਕਟ ਇਦਾਂ ਹੀ ਯੂਜ਼ ਕਰਾਂਗੇ। ਕੁਝ ਤਕਨੀਕੀ ਕਾਰਨ ਕਰਕੇ ਕਲਿੱਪ ਰਹਿ ਗਿਆ ਸੀ, ਇਹ ਹੁਣ ਕਰ ਰਹੇ ਹਾਂ। ਇੱਕ ਟਰਮ ਡਿਫਾਈਨ ਕਰਨੀ ਹੈ ਆਪਾਂ ਨੇ, ਕਰਨਲ ਆਫ f, ਜੇ ਸ਼ਾਰਟ ਫਾਰਮ ਚ ਕਹਿੰਦੇ ਹੈਗੇ ਆਪਾਂ ਕਰਨਲ f। ਇਹ ਹੁੰਦਾ ਕੀ ਆ ਸਮਝਣ ਵਾਸਤੇ ਪਹਿਲਾਂ, ਇਹ ਹੁਣ ਆਪਾਂ ਨੇ ਹੋਮੋਮੋਰਫਿਜ਼ਮ ਕੀਤੀ ਹੈਗੀ ਆ, ਜੋ f ਫੰਕਸ਼ਨ ਆ ਉਹ G ਤੋਂ G' ਜਾ ਰਿਹਾ। ਇਹ ਵੀ ਗਰੁੱਪ ਹੈ, ਇਹ ਵੀ ਗਰੁੱਪ ਆ। ਇਹ ਗਰੁੱਪ ਦੇ ਵਿੱਚ ਆਇਡੈਂਟੀਟੀ ਹੋਊਗੀ ਜੀ, ਇਹਨੂੰ E' ਕਹਤਾ ਆਪਾਂ ਨੇ। ਜੋ E' ਹੈ ਇਹ ਆਇਡੈਂਟੀਟੀ ਇਨ G' ਆ। ਤਾਂ ਜਿਹੜੇ ਐਲੀਮੈਂਟਸ G ਦੇ ਜਿੰਨਾ ਐਲੀਮੈਂਟਸ ਦੀ ਇਮੇਜ E' ਬਣ ਰਹੀ ਹੈ, ਇਹ ਪਤਾ ਨਹੀਂ ਕਿਹੜੇ ਜਿੰਨਾ ਐਲੀਮੈਂਟਸ ਦੀ ਇਮੇਜ ਪਤਾ ਨਹੀਂ ਕਿਹੜੇ ਐਲੀਮੈਂਟਸ ਨੇ ਉਹ E' ਬਣ ਰਹੀ ਹੈ, ਉਹ ਸਾਰੇ ਐਲੀਮੈਂਟਸ ਇੱਕ ਸੈੱਟ ਵਿੱਚ ਇਕੱਠੇ ਕਰਾਂਗੇ। ਉਹ ਸੈੱਟ ਦਾ ਨਾਮ ਹੈ ਕਰਨਲ f। ਜਿਵੇਂ ਦੇਖੋ ਕਰਨਲ f ਕੀ ਹੈਗਾ, G ਦੇ ਉਹ ਐਲੀਮੈਂਟਸ x such that ਜਿਨ੍ਹਾਂ ਦੀ ਇਮੇਜ E' ਬਣ ਰਹੀ ਹੈ। ਕਰਨਲ f ਦੇ ਵਿੱਚ G ਦੇ ਉਹ ਐਲੀਮੈਂਟਸ ਹੋਣਗੇ ਜਿਨ੍ਹਾਂ ਦੀ ਇਮੇਜ E' ਬਣ ਰਹੀ ਹੈ। ਇਹ ਕਾਫੀ ਵੀ ਆ ਸਕਦੇ ਨੇ, ਘੱਟ, ਇਹ ਡਿਪੈਂਡ ਕਰਦਾ ਕੁਐਸਚਨ ਉੱਪਰ ਕਿੰਨੇ ਐਲੀਮੈਂਟਸ ਹੋਣਗੇ। ਪਰ G ਦੇ ਉਹ ਐਲੀਮੈਂਟਸ ਜਿਨ੍ਹਾਂ ਦੀ ਇਮੇਜ E' ਬਣ ਰਹੀ, ਜਾਂ ਕਹ ਲਓ ਕਿ ਜਿਹੜੇ E' ਨਾਲ ਜੁੜੇ ਹੋਏ ਨੇ। ਤਾਂ ਇਹ ਜਿਹੜੇ ਜਿੰਨੇ ਵੀ ਐਲੀਮੈਂਟਸ ਹੋਣਗੇ ਸਾਰੇ ਆਪਾਂ ਇੱਕ ਸੈੱਟ ਵਿੱਚ ਪਾਵਾਂਗੇ, ਉਹ ਸੈੱਟ ਦਾ ਨਾਮ ਹੋਊਗਾ ਕਰਨਲ f। ਇਹਨੂੰ ਸਮਝਣ ਵਾਸਤੇ ਨੂਮੈਰੀਕਲ ਦੇਖ ਰਹੇ ਹਾਂ ਆਪਾਂ, ਨੂਮੈਰੀਕਲ ਕਰਾਂਗੇ, ਫਿਰ ਨੂਮੈਰੀਕਲ ਦੇਖ ਕੇ ਹੋਰ ਸਮਝ ਆ ਜਾਏਗਾ। ਉਹ ਨੂਮੈਰੀਕਲ ਕੀ ਆ, ਉਹਦੀ ਸਟੇਟਮੈਂਟ ਦੇਖ ਲਓ ਜੀ। let R be a additive group of reals and R plus be a multiplicative group of positive reals. Prove that mapping f from R to R plus defined by fx equal to e the power x is homomorphism. Is it an isomorphism? Also find kernel of f. जो स्टेटमेंट की बना, स्टेटमेंट ध्यान ना देखनी है। जो फंक्शन है वो R तो R पॉजिटिव जा रहा है, ते आपां रियल नंबर वास्ते सिंपल इदां पाया है। जेड़ा R हैगा रियल नंबर, ध्यान दो स्टेटमेंट च मैंशन हैगा कि यह एडिटिव ग्रुप ऑफ रियल आ। एडिटिव मतलब ये अंडर एडिशन ग्रुप आ, दूजा जिहड़ा हैगा वो अंडर मल्टीप्लीकेशन ग्रुप आ। ये दोने ग्रुप दिते हुए ने आपां। जो पहली गल हैगी आपां ने होमोमॉर्फिज्म शो करना हैगा। आइसोमॉर्फिज्म किवें करांगे बाद च देखांगे। वो पहला कुछ आपां डेफिनेशन पढ़ांगे, फिर आइसोमॉर्फिज्म करांगे। पहला होमोमॉर्फिज्म करना कि होमोमॉर्फिज्म किवें होगा। होमोमॉर्फिज्म दे विच की डिफाइन किया आपां ने कि f of a o b is equals to f a star f b। मतलब ये पहला ग्रुप आ G, ये G' ग्रुप आ। ਇਹਦੇ ਚ कोई दो एलिमेंट सपोज करने आपां ने, ਇਹਦੇ ਚ दो एलिमेंट सपोज करने। पहला इन्हां च ऑपरेशन लाना आपां ने,
देखो प्रूव की करना, आप रफ काम कर रहे हैं। पहला इन्हां दोनों नूं ऑपरेट करना। हुण ऑपरेट किवें करांगे, इन्हां च ऑपरेशन की है देखो, ये एलीमेंट आर विच ने, इन्हां ऑपरेशन की हैगा प्लस का। पहला इन्हां नूं ऑपरेट करना, पहला इन्हां नूं ऑपरेट करना, फिर बाद चों इमेज करनी है। होमोमॉर्फिज्म की हुंदा, इहदे च पहला इमेजिस कढनियां, इमेजिस कढ लियां, पहला आपां इमेजिस कर लियां। ये इमेजिस किहदे विच आ गईयां, आर प्लस च। हुण इहदे च ऑपरेशन की आ, मल्टीप्लाई दा। तां इह च ऑपरेट की करांगे आपां, मल्टीप्लिकेशन। तां पहला इमेजिस कर लियां, बाद च ऑपरेट कर लो। ये पहला ऑपरेट किया, प्लस क्यों पाया, बिकॉज ये ऑपरेशन जेड़ा प्लस आ, x1 x2 रियल नंबर ने प्लस आऊगा। पहला ऑपरेट करके फिर इमेजिस कर लो, ਜਾਂ पहला इमेजिस कढनिया बाद च ऑपरेट कर लो। जे आंसर इक्वल आ जाए तो इन्हूं होमोमॉर्फिज्म कहांगे। ये गल समझे ध्यान, बाकी काम सौखा ही है। ਤਾਂ fx कितना गिवन ਆਪਾਂ ਨੂੰ e ਦੀ ਪਾਵਰ x, ਤਾਂ ਲੈਟ ਕਰਾਂਗੇ x1 x2 ਜੋ ਹੈ ਇਹ ਰੀਅਲ ਨੰਬਰ ਨੇ, ਇਹ ਸਪੋਜ਼ ਕਰਾਂਗੇ। फिर ਆਪਾਂ ਨੇ f of x1 plus x2 ਕੱਢਿਆ, ਇਹ ਕਿੰਨਾ ਆਊਗਾ e ਦੀ ਪਾਵਰ x1 plus x2। ਦੇਖੋ x1 plus x2 ਭਰਤੇ ਚ, ਇਹ ਆਪਾਂ ਨੂੰ ਪਤਾ ਕਿ ਪਾਵਰ ਇਦਾਂ ਅਲੱਗ-ਅਲੱਗ ਕਰ ਸਕਦੇ। ਹੁਣ e ਦੀ ਪਾਵਰ x1 ਕੀ ਹੈ, ਗੌਰ ਨਾਲ ਦੇਖੋ, fx1, e ਦੀ ਪਾਵਰ x2 ਕੀ ਹੋਊਗਾ, f of x2, fx1 e ਦੀ ਪਾਵਰ x1 ਆ ਜਾਏਗਾ, fx2 e ਦੀ ਪਾਵਰ x2 ਆ ਜਾਏਗਾ। ਇਹ ਬਰਾਬਰ ਹੋ ਗਿਆ। ਜੇ ਜਨਰਲ ਵਾਸਤੇ ਟਰੂ ਆ ਤਾਂ ਫਿਰ ਕਹਾਂਗੇ ਸਾਰਿਆਂ ਵਾਸਤੇ ਟਰੂ ਹੋਊਗਾ। ਜੇ ਸਾਰਿਆਂ ਵਾਸਤੇ ਟਰੂ ਹੈ ਤਾਂ ਆਪਾਂ ਕਹਾਂਗੇ therefore f is होमोमॉर्फिज्म। जो f है ये होमोमॉर्फिज्म होगा। बाकी आइसोमॉर्फिज्म सेकंड पार्ट पूछा उन्होंने। आइसोमॉर्फिज्म तां होएगी, कुछ डेफिनेशंस करनी है पहला आपने, ਉਹ ਡੈਫੀਨੇਸ਼ਨਸ ਪਹਿਲਾਂ ਤੁਸੀਂ ਦੇਖ ਲਓ। ਇਹ ਚਾਰ ਗੱਲਾਂ ਨੇ ਇਹਦੇ ਵਿੱਚ ਓਵਰਆਲ, ਇਹ ਤੁਸੀਂ ਨੋਟ ਕਰ ਲਓ ਪਹਿਲਾਂ, ਫਿਰ ਕੁਐਸਚਨ ਕੰਪਲੀਟ ਕਰਦੇ ਆਂ ਬਾਅਦ ਚੋਂ। ਪਹਿਲਾ ਹੈਗਾ ਆਪਣੇ ਕੋਲ ਐਪੀਮੋਰਫਿਜ਼ਮ। ਐਪੀਮੋਰਫਿਜ਼ਮ, ਇਹ ਚਾਰੇ ਡੈਫੀਨੇਸ਼ਨ ਫੰਕਸ਼ਨ ਵਾਸਤੇ ਨੇ। होमोमॉर्फिज्म f from g to g dash is said to be epimorphism if and only if f is onto। ਜਿਹੜੀ ਹੋਮੋਮॉर्फिज्म ऑन टू ਹੋਵੇ ਜੀ ਉਹਨੂੰ ਐਪੀਮॉर्फिज्म ਕਹਾਂਗੇ। ਸਿੰਪਲੀ ਗੱਲ। ਦੂਜੀ ਗੱਲ ਹੈਗੀ ਆਪਣੇ ਕੋਲ ਆਈਸੋਮॉर्फिज्म। ਇਹ ਕੀ ਹੁੰਦੀ ਹੈ, ਹੋਮੋਮॉर्फिज्म ਹੋਵੇ प्लस 1 ਹੋਵੇ। मैं शॉर्ट फॉर्म लिख रहा, मतलब जो फंक्शन हैगा होमोमॉर्फिज्म भी होवे अते 1 भी होवे, उन्होंने आइसोमॉर्फिज्म कहते हैं आपां ओवरऑल। तीजा हैगा अपने कोल, ये वैसे लोड़ घट ही पेगी, एंडोमॉर्फिज्म। ये की हैगी है, होमोमॉर्फिज्म होवे प्लस जो फंक्शन है वो सेम टू सेम ग्रुप जाए, डिफरेंट ना हो। जेड़ी होमोमॉर्फिज्म सेम टू सेम जा रही है उन्होंने आप एंडोमॉर्फिज्म कहते हैं। चौथा हैगा अपने कोल ऑटोमॉर्फिज्म। ये चार डेफिनेशन है ऑटोमॉर्फिज्म। एक ही है अपने कोल एंडोमॉर्फिज्म होवे प्लस 1 प्लस ऑन टू। ऑटोमॉर्फिज्म की होगी,
ਐਂਡੋਮੋਰਫਿਜ਼ਮ ਹੋਵੇ ਪਹਿਲੀ ਗੱਲ, ਮਤਲਬ ਫੰਕਸ਼ਨ ਸੇਮ ਟੂ ਸੇਮ ਹੋਵੇ ਅਤੇ ਹੋਮੋਮੋਰਫਿਜ਼ਮ ਹੋਵੇ। ਇੱਕ ਇਹ ਗੱਲ ਫੰਕਸ਼ਨ ਸੇਮ ਟੂ ਸੇਮ ਜਾਵੇ ਤੇ ਹੋਮੋਮੋਰਫਿਜ਼ਮ ਹੋਵੇ, 1 ਵੀ ਹੋਵੇ ਫੰਕਸ਼ਨ ਤੇ ਔਨ ਟੂ ਵੀ ਹੋਵੇ। ਇਹ ਤਿੰਨੇ ਗੱਲਾਂ ਮਿਲਾ ਕੇ ਓਵਰਆਲ ਨੂੰ ਆਟੋਮੋਰਫਿਜ਼ਮ ਕਹਾਂਗੇ। ਇਹ ਡੈਫੀਨੇਸ਼ਨ ਨੇ ਛੋਟੀਆਂ, ਬਸ ਉਹੀ ਗੱਲ ਆ ਗਈ ਚ 1 ਤੇ ਔਨ ਟੂ ਦੀ ਕਾਫੀ ਗੱਲ ਹੋਣੀ ਹੈ ਜੋ ਪਹਿਲਾਂ ਪੜ੍ਹ ਚੁੱਕੇ ਹਾਂ, ਸਾਰਾ ਕਨਸੈਪਟ ਆਊਗਾ। ਮਤਲਬ ਐਪੀਮੋਰਫਿਜ਼ਮ ਤਾਂ ਚੈੱਕ ਕਰ ਪਾਵਾਂਗੇ ਆਪਾਂ ਜੇ ਔਨ ਟੂ ਪਤਾ ਹੋਵੇ, ਔਨ ਟੂ ਕਿਵੇਂ ਚੈੱਕ ਕਰਨਾ। ਆਈਸੋਮੋਰਫਿਜ਼ਮ ਤਾਂ ਚੈੱਕ ਕਰ ਪਾਵਾਂਗੇ ਜੇ ਆਪਾਂ ਨੂੰ 1 ਦਾ ਪਤਾ ਹੋਊਗਾ। ਮਤਲਬ 1 ਤੇ ਔਨ ਟੂ ਆਪਾਂ ਦੋਨੇ ਧਿਆਨ ਚ ਨੇ, ਸੌਖੀ ਆਉਣਗੇ ਔਖੇ ਨਹੀਂ ਆਉਣਗੇ ਇਹਦੇ ਵਿੱਚ। ਸੋ ਆਪਾਂ ਅੱਗੇ ਕਰਦੇ ਹਾਂ, ਹੁਣ ਇਹਨੂੰ ਕੀ ਸ਼ੋਅ ਕਰਨਾ ਆਪਾਂ ਨੇ, ਇਸ ਕੁਐਸਚਨ ਨੂੰ ਆਈਸੋਮੋਰਫਿਜ਼ਮ ਸ਼ੋਅ ਕਰਨਾ ਆਪਾਂ ਨੇ। ਇਸ ਕੁਐਸਚਨ ਨੂੰ ਆਪਾਂ ਨੇ ਆਈਸੋਮੋਰਫਿਜ਼ਮ ਸ਼ੋਅ ਕਰਨਾ ਹੈਗਾ। ਹੁਣ ਜੇ ਆਈਸੋਮੋਰਫਿਜ਼ਮ ਸ਼ੋਅ ਕਰਨਾ ਹੈਗਾ ਤਾਂ ਮਤਲਬ 1 ਸ਼ੋਅ ਕਰਨਾ ਆਪਾਂ। ਹੁਣ 1 ਕਿਵੇਂ ਕਰਨਾ ਹੁੰਦਾ ਸ਼ਾਇਦ ਧਿਆਨ ਚ ਹੋਵੇ। ਲੈਟ ਕਰਾਂਗੇ fx1 ਇਕੁਅਲ ਟੂ fx2 where x1 x2 belongs to real। ਇੱਥੋਂ ਜੇ x1 ਇਕੁਅਲ ਟੂ x2 ਆ ਗਿਆ, ਮਤਲਬ ਇੱਥੋਂ ਬਣੇਗਾ e ਦੀ ਪਾਵਰ x1 e ਦੀ ਪਾਵਰ x2। ਬੇਸਿਸ ਸੇਮ ਨੇ, ਪਾਵਰਾਂ ਸੇਮ ਹੋਣਗੇ, ਸਿੱਧਾ ਕਹਾਂਗੇ x1 ਇਕੁਅਲ ਟੂ x2 ਆ ਗਿਆ, ਸਿੱਧੀ ਆ ਗਿਆ। ਇਹ ਸੌਖੇ ਕੁਐਸਚਨ ਬਣਨਗੇ ਇਦਾਂ ਦੇ। ਇਹ ਆ ਗਿਆ ਆਪਣੇ ਕੋਲ, ਦੇਅਰਫੋਰ ਕਹਾਂਗੇ f ਕੀ ਬਣ ਗਿਆ 1 ਜਿਹੜੀ ਹੋਮੋਮੋਰਫਿਜ਼ਮ ਆ ਇਹ 1 ਹੋਵੇ ਨੂੰ ਕੀ ਕਹਾਂਗੇ ਆਪਾਂ ਆਈਸੋਮੋਰਫਿਜ਼ਮ। ਦੇਅਰਫੋਰ f ਇਜ਼ ਆਈਸੋਮੋਰਫਿਜ਼ਮ। ਇਹ ਹੋ ਗਿਆ ਜੀ। ਹੁਣ ਜਿਹੜੀ ਗੱਲ ਹੈਗੀ ਕਰਨਲ, ਹੁਣ ਕਰਨਲ ਸਮਝਣਾ ਧਿਆਨ ਨਾਲ ਕਿਵੇਂ ਆਪਾਂ ਨੇ ਕਰਨਲ f ਕੱਢਣਾ, ਇਹਦਾ ਕੀ ਹੋਊਗਾ ਪਹਿਲਾਂ ਡਿਫਾਈਨ ਕਰਨਾ ਕਰਨਲ ਹੁੰਦਾ ਕੀ। ਧਿਆਨ ਦਿਓ ਇਹ ਰੀਅਲ ਹੈਗਾ, ਇਹ ਪੋਜ਼ਿਟਿਵ ਰੀਅਲ ਨੰਬਰ ਨੇ। ਹੁਣ ਇਹਦੇ ਵਾਸਤੇ ਤੁਹਾਨੂੰ ਪੁਰਾਣਾ ਕੰਮ ਆਉਣਾ ਚਾਹੀਦਾ ਕਿ ਇਹ ਗਰੁੱਪ ਕਿਉਂ ਆ ਤੇ ਇਹ ਗਰੁੱਪ ਕਿਉਂ ਆ, ਇਹ ਅੰਡਰ ਐਡੀਸ਼ਨ ਗਰੁੱਪ ਕਿਉਂ ਆ, ਇਹ ਮਲਟੀਪਲੀਕੇਸ਼ਨ ਦੇ ਗਰੁੱਪ ਕਿਉਂ ਆ। ਔਰਲੀ ਕਿਉਂ ਕਹਿ ਰਿਹਾ ਹੈਗਾ, ਮਤਲਬ ਕਿ ਇਹਦੀ ਆਪਾਂ ਨੂੰ ਆਇਡੈਂਟੀਟੀ ਚਾਹੀਦੀ ਹੈ, ਇਹਦੀ ਇਹ ਚ ਆਇਡੈਂਟੀਟੀ ਕੀ ਹੋਊਗੀ। ਜਿਸ ਨੂੰ ਪਤਾ ਹੋਊਗਾ ਮਲਟੀਪਲੀਕੇਸ਼ਨ ਵਾਸਤੇ ਕਮਿਊਨਿਟੀ ਕਲੋਜ਼ਰ ਪ੍ਰੋਪਰਟੀ ਕਿਉਂ ਹੋਲਡ ਕਰ ਗਏ ਕਿ 2 ਰੀਅਲ ਨੰਬਰ ਲਵਾਂਗੇ ਪੋਜ਼ਿਟਿਵ, ਉਹਦੀ ਮਲਟੀਪਲੀਕੇਸ਼ਨ ਪੱਕਾ ਪੋਜ਼ਿਟਿਵ ਆਊਗੀ, ਹੋਲਡ ਕਰ ਗਈ। ਮਲਟੀਪਲੀਕੇਸ਼ਨ ਵਾਸਤੇ ਐਸੋਸੀਏਟਿਵ ਪ੍ਰੋਪਰਟੀ ਪੱਕਾ ਹੋਲਡ ਕਰਦੇ ਹੁੰਦੇ ਆ। ਆਇਡੈਂਟੀਟੀ ਐਲੀਮੈਂਟ ਕੀ ਹੋਊਗਾ, ਜਿਹੜਾ ਆਇਡੈਂਟੀਟੀ ਐਲੀਮੈਂਟ ਹੈ ਉਹ ਮਲਟੀਪਲੀਕੇਸ਼ਨ ਵਾਸਤੇ 1 ਹੁੰਦਾ ਬਾਈ ਹਿੱਟ ਐਂਡ ਟਰਾਈ ਮੈਥਡ। 1 ਰੀਅਲ ਨੰਬਰ ਆ, ਪੋਜ਼ਿਟਿਵ ਰੀਅਲ ਨੰਬਰ, ਹਾਂਜੀ 1 ਚ ਐਗਜ਼ਿਸਟ ਕਰੂਗਾ। ਇਨਵਰਸ ਜਿਹੜਾ ਹੈਗਾ 1 ਦਾ 2 ਦਾ ਇਨਵਰਸ 1/2, a ਦਾ ਇਨਵਰਸ 1/a ਆਊਗਾ, ਉਹ ਵੀ ਸਾਰੇ ਪੋਜ਼ਿਟਿਵ ਰੀਅਲ ਨੰਬਰ ਹੋਣਗੇ। ਇਸ ਕਰਕੇ ਗਰੁੱਪ ਹੈ ਜੀ ਇਹਨਾਂ ਨੂੰ ਔਰਲੀ ਪਤਾ ਹੋਣਾ ਚਾਹੀਦਾ। ਤਾਂ ਇਹ ਕਨਫਰਮ ਹੋ ਗਿਆ ਕਿ ਇਹ ਚ ਆਇਡੈਂਟੀਟੀ 1। ਪਹਿਲਾਂ ਤੁਹਾਨੂੰ ਇਹ ਚ ਆਇਡੈਂਟੀਟੀ ਕੱਢਣੀ ਹੈ। ਹੁਣ ਉਹ ਐਲੀਮੈਂਟ ਦੇਖਣੇ ਆ ਜਿਨ੍ਹਾਂ ਦੀ ਇਮੇਜ ਆਇਡੈਂਟੀਟੀ ਬਣਦੀ ਹੈ। ਜਿਹੜੇ ਐਲੀਮੈਂਟਸ ਦੀ ਇਮੇਜ ਪਤਾ ਨਹੀਂ ਕਿੰਨੇ ਹੋਣਗੇ, ਪਤਾ ਨਹੀਂ ਕਿੰਨੇ ਹੋਣਗੇ, ਇੱਕ ਵੀ ਆ ਸਕਦਾ, ਬਹੁਤ ਕਿੰਨੇ ਮਰਜ਼ੀ ਆ ਸਕਦੇ, ਉਹੀ ਲੱਭਣਾ ਕਿ ਕਿੰਨਾ ਐਲੀਮੈਂਟ ਦੀ ਇਮੇਜ 1 ਬਣਦੀ ਹੈ। ਉਹ ਐਲੀਮੈਂਟ ਸਾਰੇ ਆਪਾਂ ਇੱਕ ਸੈੱਟ ਵਿੱਚ ਪਾਵਾਂਗੇ, ਉਹਦਾ ਨਾਮ ਕੀ ਆ ਕਰਨਲ f। ਮੈਂ ਲਿਖ ਰਿਹਾ ਜੀ ਕਿਵੇਂ। ਕਰਨਲ f ਦੇ ਵਿੱਚ ਉਹ x ਆਉਣਗੇ ਰੀਅਲ ਨੰਬਰ ਚ ਸੱਚ ਦੈਟ x ਰੀਅਲ ਨੰਬਰ ਚ ਲੈਣਾ, ਉਹ x ਆਉਣਗੇ ਸੱਚ ਦੈਟ ਜਿਨ੍ਹਾਂ ਦੀ ਇਮੇਜ ਅੰਡਰ f ਉਹ 1 ਦੇ ਬਰਾਬਰ ਹੋਊਗੀ। ਇੱਕ ਤਾਂ ਹੈ ਆਪਾਂ ਹਿੱਟ ਐਂਡ ਟਰਾਇਲ ਨਾ ਕੱਢੀ, ਹਿੱਟ ਐਂਡ ਟਰਾਇਲ ਨਾਲੋਂ ਇਹਨੂੰ ਪ੍ਰੋਪਰ ਸੋਲਵ ਕਰ ਲਓ ਤਾਂ ਵੀ ਠੀਕ ਹੈ ਜੀ। ਹੁਣ f of x ਦਿੱਤਾ ਹੋਇਆ ਹੇਅਰ, f of x ਕਿੰਨਾ ਹੈਗਾ e ਦੀ ਪਾਵਰ x। ਇਹ ਕਿੰਨਾ ਕਰਨਾ ਆਪਾਂ f of x 1 ਲੈ ਕੇ ਆਉਣਾ। ਹੁਣ ਦੇਖ ਲਓ ਆ ਇਕੁਏਸ਼ਨ ਬਣ ਗਈ, ਇਹਨੂੰ ਪ੍ਰੋਪਰ ਸੋਲਵ ਕਰ ਲਓ ਤਾਂ ਵੀ ਠੀਕ ਆ, ਬਾਕੀ ਹਿੱਟ ਐਂਡ ਟਰਾਇਲ ਨਾਲ ਵੀ ਸੋਲਵ ਕਰ ਸਕਦੇ ਆ, ਪਰ ਸਾਰੇ ਆਂਸਰ ਕੱਢਣੇ ਆਪਾਂ ਨੇ। ਧਿਆਨ ਚ ਆ ਗਿਆ ਹੋਊਗਾ ਕਿ f of x ਦੇ ਬਰਾਬਰ ਹੈ, ਇਹਨੂੰ 1 ਕਰਨਾ ਆਪਾਂ ਨੇ। ਆਪਾਂ ਦੇਖਣਾ ਕਿਹੜੀ x ਦੀ ਵੈਲਿਊ ਵਾਸਤੇ ਇਹ 1 ਬਣੇਗਾ। ਇਹਨੂੰ ਆਪਾਂ ਫਿਰ e ਦੀ ਪਾਵਰ 0 ਪਾ ਲਓ, e ਦੀ ਪਾਵਰ 0 1 ਹੋਏਗਾ ਜੀ। ਉਵੇਂ ਬੇਸਿਸ ਸੇਮ ਨੇ, ਪਾਵਰ ਵੀ ਪੱਕਾ ਸੇਮ ਹੋਣਗੀਆਂ, ਤਾਂ x ਪੱਕਾ 0 ਹੀ ਆਊਗਾ। ਬਸ ਇਹ ਪ੍ਰੋਪਰ ਸੋਲਵ ਕੀਤਾ। ਸਿਰਫ 0 ਦੀ ਇਮੇਜ 1 ਬਣੇਗੀ, ਸਿਰਫ 0 ਹੀ ਹੋਊਗਾ ਇੱਥੇ ਜਿਹਦੀ ਇਮੇਜ 1 ਬਣੇਗੀ। ਜਿੰਨੇ ਵੀ ਐਲੀਮੈਂਟ ਦੀ ਇਮੇਜ 1 ਬਣਦੀ ਆ ਉਹ ਸਾਰੇ ਐਲੀਮੈਂਟ ਆਪਾਂ ਇੱਕ ਸੈੱਟ ਵਿੱਚ ਪਾ ਲਏ। ਸਿਰਫ 0 ਆ ਰਿਹਾ, ਹੋਰ ਤਾਂ ਕੋਈ ਹੈ ਹੀ ਨਹੀਂ ਇਹਦੇ 'ਚ। ਤਾਂ ਇਹ ਸੈੱਟ ਨੂੰ ਕਹਾਂਗੇ ਆਪਾਂ ਕਰਨਲ f। ਇਹ ਕਰਨਲ
सो ये नाल क्वेश्चन आप देखते हैं, ये काफ़ी इंपॉर्टेंट कंसैप्ट है जी आह वाला ना। एक दो नूमैरिकल आप होर देखने हैं जी, फिर तुहानूं कंसैप्ट क्लीयर हो जाएगा थोड़ा होर। जो क्वेश्चन पढ़ रहा है मैं स्टेटमेंट देख लूँ। Let R plus be a multiplicative group of strictly positive real numbers. Prove that map R positive to R positive defined by fx equal to x square for all x belongs to R positive is automorphism. इन्हों automorphism शो करना ਆਪਾਂ। सो देखो स्ट्रिक्टली कह लो या कला पॉजिटिव रियल नंबर अंडरस्टूड ही आ कि पॉजिटिव ही लैने। स्ट्रिक्टली वर्ड का कोई खास फायदा नहीं है इत्थे। मतलब आर प्लस के जो पिछे किया आपने, ये मल्टीप्लीकेटिव ग्रुप आ। मल्टीप्लीकेटिव मतलब कि ऑपरेशन जो है इस केस मल्टीप्लाई का, ये ध्यान रखने गल्लां। तो देखो वो कर रहे हैं आप एफ फ्रॉम आर पॉजिटिव टू आर पॉजिटिव। ध्यान दियो किवें रियल नंबर ने जी, तो एफ एक्स की डिफाइन किया होया उन्होंने एक्स स्केयर, तो ये आर रियल पॉजिटिव है अंडर मल्टीप्लीकेशन आपां नूं ग्रुप दिता होया ये गिवन। सो एफ एक्स इक्वल टू एक्स स्केयर अपने को जी। हुण ये ऑटोमॉर्फिज्म की हुंदी है, ये आपां चार गल्लां चैक करनियां। चार गल्लां, एक तो चैक करना आपां होमोमॉर्फिज्म, दूजी गल फंक्शन जो है वो सेम टू सेम जाए कि बन गया अपने को एंडोमॉर्फिज्म, ते 1-1 चैक करना अते ऑन टू चैक करना। ये तो गल सौखी है जी, देखो सेम टू सेम ही जा रहा तो होमोमॉर्फिज्म चैक करांगे आपां, एक 1-1 ते ऑन टू चैक करांगे, फिर यही ऑटोमॉर्फिज्म बन जाऊगा। सो करते हैं आप ये डायग्राम बना रहा कि समझा रहे प्रॉपर। होमोमॉर्फिज्म की हुंदा हैगा, जो आप भी दोनों सैट सेम ही ने, ये कोई दो एलीमेंट लैने, ठीक है जी, x1 x2। पहला इन्हों ऑपरेट कर लो, बाद फंक्शन ले लो, जा पहला इमेजिस कढ़ के एदियां बाद ऑपरेट कर लो। जी आंसर बराबर आए फिर की कहांगे होमोमॉर्फिज्म। हुण पहला ऑपरेट करना, ये ऑपरेशन की है मल्टीप्लाई है, पहला ऑपरेट करना बाद इमेज कढ़नी। ये ऑपरेट करता आप, जो ऑपरेट करता तो भी तो पॉजिटिव रियल नंबर के विच ही आ रहा। नेक्स्ट ये ही आ रहा। हुण पहला इमेजिस कट के बाद ऑपरेट करना, आप बाद ऑपरेट करांगे भी मल्टीप्लाई ऑपरेशन ही है। बस ये चैक करना कि बराबर आ रहा जी, वो कर लेने आप। लैट किता x1 x2 बिलोंग्स टू पॉजिटिव रियल नंबर्स। नाउ एफ x1 x2 लिया अपने, ये कटना जी, इंटू पाओगे तो भी ठीक है, नहीं पाओगे तो भी ठीक है। ये कितना होगा जी x1 x2 का स्केयर, ये आ गया x1 स्केयर x2 स्केयर आ गया। ये गौर ना देखो जी fx1 नहीं है, fx1 की आऊगा जी x1 का स्केयर, fx2 की आऊगा x2 का स्केयर आऊगा। ये fx1 का स्केयर बन गया x2 स्केयर बन जाएगा जी। फॉर ऑल जो जनरल वास्ते ट्रू है सारे वास्ते ट्रू होगा। फॉर ऑल x1 x2 बिलोंग्स टू पॉजिटिव रियल नंबर्स, देयरफॉर जो f है वो पॉजिटिव टू पॉजिटिव जा रहा हैगा, इज होमोमॉर्फिज्म। ये होमोमॉर्फिज्म आप शो करती, सेम टू सेम जा रहा, होमोमॉर्फिज्म होगी। हुण 1-1 ते ऑन टू चैक करना। ये हुण स्केयर वाला क्वेश्चन ध्यान च होवे, पिछले लैक्चर ने कराया सी आपां स्केयर वाला क्वेश्चन, उही कुछ आऊगा। पहला 1-1 की हैडिंग पाने, 1-1 करना जी अपने। ये लैट करांगे f(x1) इक्वल टू f(x2), जो x1 ते x2 ने ये पॉजिटिव रियल नंबर से।
fx1 लिया कितना आ गया x1 स्क्वायर x2 स्क्वायर इथों x1 कितना आ गया प्लस माइनस x2 x1 इक्वल टू x2 ਜਾਂ x1 इक्वल टू माइनस x2 ਇਹ क्वेश्चन पहला भी किया है जी जे क्या सी आ रिजेक्ट हो जाए फिर पक्का 1-1 जे रिजेक्ट ना हो फिर पक्का 1-1 नहीं होगा उस केस आप एग्जाम्पल देके गलत करांगे हुण चो चैक करते हैं आप इहनूं एक पासे लिआंदा आप ये पॉसिबल नहीं है नॉट पॉसिबल ये पॉसिबल क्यों नहीं है बिकॉज x1 x2 पॉजिटिव रियल नंबर ने पॉजिटिव प्लस पॉजिटिव कदे जीरो नहीं बन सकता दो पॉजिटिव नंबर आप ऐड करांगे कदे जीरो नहीं बन सकता इस करके रिजेक्ट हो जाएगा पॉजिटिव प्लस नैगेटिव जीरो बन सकता पॉजिटिव प्लस नैगेटिव ये जीरो होंगे तां ही कटिंग होगी पॉजिटिव पॉजिटिव हमेशा जुड़नगे जे जुड़नगे तो वह कदे भी जीरो नहीं बनेगा ये रिजेक्ट का तो देयरफॉर एफ की आ गया अपने को 1-1 कला बच गया तो इनू आप 1-1 कहांगे हुण ऑन टू कर रहे हैं जी ऑन टू का दो कंसैप्ट लिखवाए थे जी रेंज के कोड में बराबर हो वो भी यूज होगा इन्हां च मोस्टली यूज होगा जिहदे आप गया बी एलीमेंट लवांगे वो प्री इमेज कड्डांगे तो शो करांगे ये एग्जिस्ट करती है आप की शो करना मैं लिख ही देवां फिर तो ध्यान च आ जाऊगा एफ देयर एग्जिस्ट ये डेफिनेशन सी एक्स बिलोंग्स टू बी सच दैट एफ एक्स इक्वल टू वाई फॉर ऑल वाई बिलोंग्स टू बी ये डेफिनेशन की हुई कि बी के हरेक एलीमेंट की जो प्री इमेज हैगी आ इत्थे ए आऊगा सॉरी ए विच आवे तां फंक्शन जो ए टू बी होएगा उहनूं आपां ऑन टू कहांगे पहला बी च एलीमेंट लेना हुंदा ओहदी प्री इमेज कढनी हुंदी है फिर वो प्री इमेज आपां ए विच एग्जिस्ट करानी हुंदी है वो तरीका मैं यूज कर रहा इधर ही कर लेना चलो ऑन टू शुरू कर रहे हैं लैट कर लिया आपने एफ एक्स इक्वल टू वाई जेड़ा वेयर एक्स भी रियल नंबर दे विच लिया ते वाई भी पॉजिटिव रियल नंबर च ये डायग्राम इदां बनेगी जी पॉजिटिव रियल नंबर आ पॉजिटिव रियल नंबर इत्थे एक्स ये एफ ऑफ एक्स आ गया इहनूं वाई बन्निया अपने जो वाई है वो इहदे विच आ जो एक्स आ वो पहले विच आ चलो ये आ गया अपने को इथों वाई की प्री इमेज कटनी आप वो करते होंगे सी आप एक्स आ गया वाई इथों एक्स कितना आऊगा रूट वाई क्यों क्योंकि ये पॉजिटिव रियल नंबर आ नैगेटिव लोड नहीं पाऊंगा तो की मतलब बन गया अपने को देयरफॉर ए प्री इमेज किहदी आई है ये वाई की प्री इमेज आई है ये ए दी प्री इमेज आ गई हुण ये चैक करना कि ये आ रही है सारे वास्ते मतलब आप चेक करना कि ये पॉजिटिव रियल नंबर होगा फॉर ऑल वाई बिलोंग्स टू पॉजिटिव ये गल ध्यान रखनी है जो आप अगे थ्योरमा भी करनिया ने जे ये गल समझ आ गई तो अगे थ्योरमा तुहानूं पार्ट समझ आ जाएगा ऑन टू वाला किवें करना होंगे आप करना कि हरेक बी के एलीमेंट्स की जो प्री इमेज हैगी वो ए च एग्जिस्ट करानी है जे ए च एग्जिस्ट कर गई तो ऑन टू बन जाएगा चेक कर लो कोई पॉजिटिव रियल नंबर भर लो जी ये कदे भी आयोटा नहीं बनेगा आयोटा तां बनेगा नैगेटिव वैल्यू भरांगे तो रियल नंबर ही आऊगा तो कोई भी पॉजिटिव रियल नंबर भरांगे आंसर पॉजिटिव रियल नंबर पक्का आऊगा जी इस करके एफ की बन गया ऑन टू होमोमॉर्फिज्म जो हैगी आ सेम टू सेम होवे होमोमॉर्फिज्म सेम टू सेम होवे 1-1 होवे ऑन टू होवे उन्होंने कहांगे आप ऑटोमॉर्फिज्म देयरफॉर एफ की बन गया एफ इज ऑटोमॉर्फिज्म एफ नूं आपां ऑटोमॉर्फिज्म चलो ठीक है एक क्वेश्चन होर देखते हैं आप नाल दा ये क्वेश्चन है देखो लेट Z be a group of integers under addition
एंड G कोई ग्रुप है -1 1, B a group under multiplication. Show that mapping F from Z to G defined by Fn equals to 1 if n is even, -1 if n is odd, is a homomorphism but not isomorphism. Also find kernel of F. ਇਹਦਾ ਆਪਾਂ ਕਰਨਲ ਫਾइंड ਕਰਨ ਵਾਸਤੇ ਵੀ ਕਿਹਾ ਉਹਨਾਂ ਨੇ। ਸੋ ਦੇਖੋ इतों स्टार्ट कर रहे हैं जी। दिता की है आपां जो एफ ऑफ एन हैगा दिता होया ये 1 है जे एन ईवन आऊगा, -1 इफ एन इज ऑड, ते एन किहदे विच हैगा ये इंटीजर दे विच। जो फंक्शन आपां दिता होया हैगा ये इंटीजर तो जेड जा रहा जी, सॉरी इंटीजर तो जी जा रहा है। जी की हैगा ये दोने ग्रुप ने। जो जेड हैगा ये अंडर मल्टीप्लीकेशन ग्रुप है जी, जो अंडर एडिशन सॉरी, जो जी हैगा वो अंडर मल्टीप्लीकेशन ग्रुप ने। ये दोने अपन गिवन ने जी। हुण इहनूं आपां ने पहला होमोमॉर्फिज्म चैक करनी है। हुण ओह गल ध्यान दिओ कि होमोमॉर्फिज्म आपां इस केस किवें चैक करांगे। कोई खास वड्डी प्रॉब्लम नहीं हैगी, पहला फंक्शन समझना कि फंक्शन किस तरह का, क्योंकि जो फंक्शन इनू स्प्लिट किया कहने तोड़िया है फंक्शन, जे फंक्शन स्प्लिट किया होवे इदां दे क्वेश्चन विच आपां 1 की वैसे गल नहीं की सी, जिहड़े पिछले टॉपिक च क्वेश्चन करवाए सीगे फंक्शन च कुछ इदां दे क्वेश्चन नहीं करवाए गए। पर जे समझ आ गया, स्टेटमेंट समझ आ गई कहती की हैगी है, तो क्वेश्चन आप ही सॉल्व हो जाएगा। वो ध्यान दो किवें आ, जिहड़ा अपने कोल इहदा समझना पहला मीनिंग की है। एफ ऑफ 0 की है, 0 ईवन नंबर है, 2 तो डिविजिबल है। जे 0 ईवन नंबर है तो वह आंसर कितना होगा 1, ईवन वास्ते की लेना 1। एफ ऑफ 1 कितना होगा, ये ऑड नंबर है। जे ऑड वैल्यू भरांगे तो ऑड वास्ते कितना आ रहा है -1। एफ ऑफ 2 ईवन, ईवन वास्ते कितना आ रहा है 1। एफ ऑफ 3 ऑड, ऑड वास्ते कितना आ रहा है -1। एफ ऑफ -3 ये भी ऑड है, इंटीजर च नैगेटिव भी आउणगे, 0 भी आएगा पॉजिटिव भी आएगा, ये भी ऑड है, ऑड वास्ते कितना होगा -1। हमेशा दो ही आंसर आउणगे, जां 1 आएगा जां -1 आएगा, ये दो आंसर आउणगे जी। तो देखो ध्यान नाल, हुण इहनूं आपां होमोमॉर्फिज्म किवें चैक करांगे। होमोमॉर्फिज्म की हुंदा हैगा, मतलब जिवें आ ग्रुप आ पहला, ये अंडर एडिशन ग्रुप आ जी, ये अंडर मल्टीप्लिकेशन। पहला ये 2 लवांगे एलीमेंट्स आपां n1 n2 लैणे, उहदे उपर आपां की लावांगे जी ऑपरेशन, एडिशन ऑपरेशन लाउणा। ऑपरेशन लगा के उहदी इमेज कड्डांगे, चाह पहला इमेज कढ लवो जी, बाद चों ऑपरेशन ला दो। हुण ये ऑपरेशन किस लगूगा, इहदे विच लगूगा। ये दोने गल्लां आपां चैक करनियां ने। हुण ये थोड़ा जिहा काम किवें लग रहा हैगा कि जिहड़ा पहला क्वेश्चन किते ने उन्हां विच एफ ऑफ एक्स की सीधी वैल्यू गिवन सी, उहदे वैल्यू दो हिस्सों में वंडी हुई है वैल्यू, ये 2 पार्ट्स वंडी हुई है। उन्होंने 2 पार्ट्स केस बनाए ने कि ईवन वास्ते आ वैल्यू लैनी है, आपां ऑड वास्ते आ लैनी है, तो इत्थे भी फिर केस बना के सॉल्व कराएं क्वेश्चन। यह वैल्यू सीधी सी, पिछले क्वेश्चन च सीधी सी, आपां सीधा सॉल्व किया जी क्वेश्चन, कोई केस नहीं बनाए। जे उन्होंने स्टेटमेंट च केस बनाए ने तो आप सॉल्व करने लगे भी केस बनावांगे। केस किवें देखो ध्यान नाल, ये रफ काम सी सारा, इत्थों शुरू कर रहे हैं। ये भी रफ काम है जी। लैट करांगे पहला जो n1 n2 तो मनने पैणगे जी, 2 इंटीजर चों 2 लवांगे। हुण इन्हां दे केस बनाने, हुण केस उन्होंने किदां बनाने वास्ते कहे ने, देखो ईवन ते ऑड च केस बनाए ने उन्होंने, तो इत्थों देख के आपां ईवन ऑड च केस बनाने। ये ओवरऑल 4 केस बनणगे, 2 नंबर ने, जां पहला ईवन दूजा ऑड, जां पहला ऑड दूजा ईवन, जां दोने ईवन जां दोने ऑड। ओवरऑल 4 केस क्यों बनाया, कि स्टेटमेंट च केस बनाए ने उन्होंने, तो आप सोल्यूशन कर लगे भी केस बन के ही सॉल्व हो गए। जो पहला केस ले रहे हैं जी, केस फर्स्ट,
n1 is odd and n2 is even। ध्यान दियो हुण की कीता फिर आपां ने f of n1 plus n2 कढना। हुण केस की लोड़ क्यों पई है भी लग जू पता जी। आपां नूं केस जे उन्हें स्टेटमेंट मान लो केस बनाए ने आपां नूं अगे केस सॉल्व करके केस बनाने की की लोड़ है हुण लग जू पता। जे आपां केस ना बनाइए कि आपां दस सकते हैं कि यह की होऊगा, इहदी वैल्यू कितनी होगी। जे इहदे बारे पता होगा कि यह ऑड आ के ईवन आ, जे ऑड होया ये सारा नंबर तो आंसर 1 आ जाऊगा, -1 आ जाएगा। जे ये सारा नंबर ईवन होया तो आंसर की आ जाऊगा 1 आ जाऊगा। हुण ये ऑड ईवन का डिसाइड आप सीधा कर नहीं सकते। जे आपां नूं n1 ते n2 बारे पता होगा तो आप डिसाइड कर सकते कि एडिशन की आऊगी। जे मैं तुहानूं कहा कि 2 नंबर ने तुहानूं मैं नंबर दस्से नहीं है, ना तुहानूं आ नंबर पता ना तुहानूं आ नंबर पता है, तो मैं पूछा कि ਇਹਦਾ आंसर ऑड आऊगा कि ईवन आऊगा, तुसीं कहोगे तो दस नहीं सकते है, दस क्यों नहीं सारे। जे नंबर पता होणगे कि दोने ईवन ने फिर पक्का ईवन आऊगा आंसर। एक ईवन आ एक ऑड आ तो पक्का ऑड आऊगा आंसर। जे दोने ऑड ने तो पक्का ईवन आऊगा आंसर। मतलब दोनों बारे इंडिविजुअली पता होगा तो ही आप दस सकते हैं कि एडिशन की आऊगी। तो इत्थे केस बनाना अपनी मजबूरी भी कह लो एक हिसाब नाल कि उस तो बगैर सॉल्व नहीं होना, ये मजबूरी है अपनी। चलो देखो हुणे लग गया पता कि ईवन दे ऑड दे विच ईवन ऐड करांगे, कोई भी ऑड नंबर लै लवो ਉਹਦੇ ਵਿੱਚ ਆਪਾਂ ਈਵਨ ਐਡ करता तो आंसर की आऊगा हमेशा ऑड। ये ऑड है, इसे पा लो दिस इंप्लाइज n1 प्लस n2 की आऊगा पक्का ऑड। तो ऑड वास्ते कितना आंसर -1। हुण मेन गल ये है, चलो ये तो -1 आ गया। हुण इन्हां नूं बराबर किवें शो करांगे वो देख लो। ये लिख सकते आप -1 × 1 ਜਾਂ इदा नहीं करना, ये स्प्लिट नहीं करना है, ये अलग सॉल्व कर लो ये अलग सॉल्व कर लो, दोनों बराबर शो कर लो। पर मैं इकट्ठी बना रहा जी। देखो ध्यान नाल इहनूं लिख सकते हैं आप f of n1 है जी। क्यों n1 ऑड आ ते ऑड वास्ते उहदी इमेज कितनी आ रही है -1 आ रही है, तो लिख सकते हैं ऑड वास्ते -1 है, ठीक है जी। फिर इहनूं लिख सकते हैं आप f of n2, ये भी ठीक है। ईवन वास्ते कितना आ रहा अपने को 1 आ रहा। इदी बस 4, मतलब कि हुण इत्थों ऐ नहीं कह सकते आप कि ये होमोमॉर्फिज्म होगी। जे ध्यान नाल पार्ट समझोगे तो लगू पता है होमोमॉर्फिज्म क्यों नहीं हैगी। जिहड़े जिन्होंने समझ आया वो कंसैप्ट उन्हें शायद लग गया पता आंसर की है। ये होमोमॉर्फिज्म तां नहीं हैगी क्योंकि आपां फॉर ऑल वास्ते प्रूव करना है। जे सारे वास्ते होगा तो होमोमॉर्फिज्म, ये सारे वास्ते तो है ही नहीं है। ये सिर्फ एक स्पैशल केस वास्ते है कि n1 ऑड हो n2 ईवन। जे सारे वास्ते ये चीज़ आ गई फिर आप फॉर ऑल कहांगे, हजे आप फॉर ऑल नहीं कह सकते। जो केस दूजा देख लो, केस सैकेंड लिया जी। ये आऊगा n1 ईवन n2 इज ऑड, तो दिस इंप्लाइज जो n1 प्लस n2 है ये भी पक्का ऑड होगा। तो f ऑफ n1 प्लस n2 ये -1 आऊगा। इनू आप लिख सकते हैं 1 × -1। ये की हैगा fn1 ये fn2, सेम रीजन करके जो पिछे किया। केस तीजा लिया जी अपने n1 इज ऑड ते n2 इज ऑड, दोने ऑड ने। ऑड प्लस ऑड ऐड करांगे तो आंसर पक्का की आऊगा जी ईवन आऊगा। देयरफॉर जो fn1 प्लस n2 आ ईवन वास्ते कितनी वैल्यू आ 1, ये 1 आ गया है, दोने ऑड ने। तो इनू आप स्प्लिट करांगे -1 × -1 1 बनेगा। -1 की आ f ऑफ n1 ये f ऑफ n2, ये आ गया। एक केस रह गया होर, केस फोर्थ n1 इज ईवन
n2 is even. This implies n1 plus n2 पक्का even च even ऐड करांगे आंसर even ही आऊगा. Therefore f of n1 plus n2 1 आ गया, 1 into 1 ਇਹ f of n1 f of n2 ਜੇ ਸਾਰਿਆਂ ਵਾਸਤੇ ਹੋ ਗਿਆ ਤਾਂ ਹੁਣ ਕਹਿ ਸਕਦੇ ਹਾਂ therefore f n1 plus n2 is equals to f n1 into n2 for all n1 n2 belongs to integer. ਜੇ ਹੁਣ ਆਪਾਂ ਕਹਿ ਸਕਦੇ ਹੈਗੇ ਆ therefore f ਕੀ ਹੋਊਗੀ ਆਪਣੇ ਕੋਲ ਹੋਮੋਮੋਰਫਿਜ਼ਮ f ਨੂੰ ਆਪਾਂ ਹੋਮੋਮੋਰਫਿਜ਼ਮ ਕਹਾਂਗੇ. ਉਹਨਾਂ ਨੇ ਪੁੱਛਿਆ ਕਿ ਆਈਸੋਮੋਰਫਿਜ਼ਮ ਹੈ ਮਤਲਬ ਆਪਾਂ 1 ਚੈੱਕ ਕਰਨਾ. ਮੈਂ ਥੋੜੀ ਡਾਇਗਰਾਮ ਬਣਾ ਰਿਹਾ ਜੀ ਸਮਝ ਆ ਜਾਊਗਾ. ਫਿਰ ਜੇ ਡਾਇਗਰਾਮ ਬਣਾਈ ਆਪਾਂ ਇੱਧਰ ਇੰਟੀਜਰ ਨੇ ਇੱਧਰ GH -1 ਤੇ 1 2 ਨੇ. ਮੈਂ ਵੈਸੇ ਐਗਜ਼ਾਮਪਲ ਤੌਰ ਤੇ ਪਾ ਰਿਹਾ 0 1 2 ਕੁਛ ਕੁ ਇੰਟੀਜਰ ਪਾ ਲਏ ਮੈਂ. 0 ਵਾਸਤੇ ਕਿੰਨਾ ਆ ਰਿਹਾ 1 ਇਹ -1 2 ਵਾਸਤੇ 1 ਆ ਰਿਹਾ 3 ਵਾਸਤੇ ਔਡ ਵਾਸਤੇ -1 ਈਵਨ ਵਾਸਤੇ 1 ਔਡ ਵਾਸਤੇ -1. ਕੀ ਲੱਗ ਰਿਹਾ ਹੈਗਾ ਕਿ ਇਹ 1 1 ਹੋਊਗਾ? ਵੈਸੇ ਇਹ ਕਿਸੇ ਦਿਮਾਗ 'ਚ ਗੱਲਾਂ ਯਾਦ ਹੋਣ 1 1 ਵਾਸਤੇ 1 1 ਤਾਂ ਹੀ ਪੋਸੀਬਲ ਹੋ ਸਕਦਾ ਜੇ ਜੀ 'ਚ ਐਲੀਮੈਂਟ ਵੱਧ ਹੋਣ Z ਨਾਲੋਂ ਜਾਂ ਬਰਾਬਰ ਹੋਣ. ਜੇ ਜੀ 'ਚ ਐਲੀਮੈਂਟ ਘੱਟ ਨੇ ਪਹਿਲੇ ਸੈੱਟ ਨਾਲੋਂ ਤਾਂ ਉਹ ਪੱਕਾ 1 1 ਨਹੀਂ ਹੋਊਗਾ. ਤਾਂ ਲੱਗ ਰਿਹਾ ਕਿ 1 1 ਨਹੀਂ ਹੈਗੇ. ਜਿਹਦੀ ਪ੍ਰੀ ਇਮੇਜ ਤਾਂ ਬਹੁਤ ਆ ਰਹੀਆਂ -1 ਦੀਆਂ ਪ੍ਰੀ ਇਮੇਜਾਂ ਬਹੁਤ ਆ ਰਹੀਆਂ 1 ਦੀਆਂ ਪ੍ਰੀ ਇਮੇਜਾਂ ਬਹੁਤ ਆ ਰਹੀਆਂ. ਜੇ 1 1 ਨਹੀਂ ਹੈਗਾ ਤਾਂ ਆਪਾਂ ਐਗਜ਼ਾਮਪਲ ਦੇ ਕੇ ਗਲਤ ਕਰ ਸਕਦੇ ਹਾਂ. ਨਾਓ ਉਹ ਕਿਵੇਂ f of x1 f of 2 ਕਿੰਨਾ ਹੋਊਗਾ 1 ਆਊਗਾ equal to f of 4 ਇਹ 1 ਹੋਊਗਾ. f of x1 equal to f of x2 but x1 not equal to x2 ਲੱਗ ਲੱਗਦਾ. ਜੇ fx1 equal to fx2 ਕਰਕੇ x1 equal to x2 ਆ ਜੇ ਸਾਰਿਆਂ ਵਾਸਤੇ ਫਿਰ ਆਪਾਂ 1 1 ਕਹਿੰਦੇ ਹਾਂ. ਇੱਕ ਵੀ ਐਗਜ਼ਾਮਪਲ ਵਾਸਤੇ f of x1 equal to f of x2 ਹੋਵੇ x1 not equal to x2 ਆ ਜੇ ਤਾਂ ਆਪਾਂ ਨੂੰ 1 1 ਨਹੀਂ ਕਹਾਂਗੇ. ਪਿੱਛੇ ਕੀਤਾ ਹੋਇਆ ਹੀ ਆਪਾਂ. therefore ਕੀ ਮਤਲਬ ਬਣ ਗਿਆ f is not 1 1 therefore f is not isomorphism. ਇਹ ਆਈਸੋਮੋਰਫਿਜ਼ਮ ਨਹੀਂ. ਹੁਣ ਜਿਹੜੀ ਮੇਨ ਗੱਲ ਹੈਗੀ ਇਹਦੇ 'ਚ ਕਰਨਲ ਵਾਲੀ ਉਹ ਸਮਝਾਉਣੀ ਆ. ਉਹ ਜੇ ਸਮਝੋਗੇ ਤੁਹਾਨੂੰ ਸਮਝ ਆ ਜਾਊਗਾ ਕੀ ਹੈ ਕਰਨਲ f. ਕਰਨਲ f ਕੀ ਹੁੰਦਾ ਹੈਗਾ Z ਦੇ ਉਹ ਐਲੀਮੈਂਟਸ ਸੱਚ ਦੈਟ ਜਿਨ੍ਹਾਂ ਦੀ ਇਮੇਜ ਆਇਡੈਂਟੀਟੀ ਕੋਲ ਜਾ ਰਹੀ ਹੈ. ਹੁਣ ਇਹ ਗਰੁੱਪ ਅੰਡਰ ਮਲਟੀਪਲੀਕੇਸ਼ਨ ਗਰੁੱਪ ਹੈ ਜੀ ਅੰਡਰ ਮਲਟੀਪਲੀਕੇਸ਼ਨ ਤਾਂ ਮਲਟੀਪਲੀਕੇਸ਼ਨ ਵਾਸਤੇ ਆਇਡੈਂਟੀਟੀ ਐਲੀਮੈਂਟ 1 ਹੋਊਗਾ. ਜਿਹੜੇ ਐਲੀਮੈਂਟਸ ਦੀ ਇਮੇਜ 1 ਕੋਲ ਜਾ ਰਹੀ ਆ ਉਹ ਸਾਰੇ ਐਲੀਮੈਂਟ ਜੋ ਹੈ ਇੱਕ ਸੈੱਟ ਵਿੱਚ ਪਾਵਾਂਗੇ ਉਹਨੂੰ ਕਰਨਲ f ਕਹਾਂਗੇ. ਹੁਣ ਦੇਖੋ ਧਿਆਨ ਕਿੰਨਾ ਕਿੰਨਾ ਦੀ ਇਮੇਜ 1 ਆ ਰਹੀ ਆ 0 ਦੀ ਆ ਰਹੀ ਆ 2 ਦੀ ਆ ਰਹੀ ਆ 4 ਦੀ ਆ ਰਹੀ ਆ 6 ਦੀ ਆ ਰਹੀ ਬਹੁਤ ਸਾਰੇ ਐਲੀਮੈਂਟ ਦੀ ਆ ਰਹੀ ਆ. ਮਤਲਬ ਕਾਫੀ ਐਲੀਮੈਂਟ ਆਉਣਗੇ ਇਹ 'ਚ. ਮਤਲਬ ਇਹਦੇ ਵਿੱਚ ਦੇਖੋ ਧਿਆਨ ਕਿੰਨਾ ਕਿੰਨਾ ਦੀ ਇਮੇਜ 1 ਬਣੂਗੀ. ਦਿੱਤਾ ਹੋਇਆ ਸਟੇਟਮੈਂਟ ਦੇ ਵਿੱਚ ਕਿ ਜੇ ਈਵਨ ਹੋਊਗਾ ਤਾਂ 1 ਬਣੇਗਾ. ਜਿਹੜਾ ਐਲੀਮੈਂਟ ਈਵਨ ਲਵਾਂਗੇ ਉਹਦੀ ਪੱਕਾ 1 ਬਣੇਗੀ. ਤਾਂ ਜਿੰਨਾ ਐਲੀਮੈਂਟਸ ਦੀ 1 ਬਣੇਗੀ ਆਪਾਂ ਨੂੰ ਪਤਾ ਲੱਗ ਗਿਆ ਕਿ ਈਵਨ ਦੀ 1 ਬਣੇਗੀ. ਤਾਂ ਜਿੰਨਾ ਐਲੀਮੈਂਟਸ ਦੀ 1 ਬਣੇਗੀ ਉਹ ਸਾਰੇ ਸੈੱਟ ਵਿੱਚ ਪਾਵਾਂਗੇ. ਕਿਹੜੇ ਪਾਤੇ ਆਪਾਂ ਨੇ 0 ਈਵਨ +-2 +-4 +-6 ਇਹ ਸਾਰਾ ਕੀ ਹੋਊਗਾ ਕਰਨਲ. ਜੇ ਕਿਸੇ ਨੇ ਪਹਿਲਾਂ ਪੜ੍ਹਿਆ ਹੋਵੇ ਧਿਆਨ ਨਾਲ ਪਹਿਲਾਂ ਟੌਪਿਕ ਸਾਰਾ ਜਿਹੜਾ ਬੱਚਾ ਰੈਗੂਲਰ ਪੜ੍ਹਦਾ ਆ ਰਿਹਾ ਹੈਗਾ ਉਹਨੂੰ ਪਤਾ ਹੋਊਗਾ ਕਿ ਇਹ 2z ਆ. ਮੈਂ ਤੁਹਾਨੂੰ ਦੱਸ ਵੀ ਦਿੰਦਾ 2z ਕਿਉਂ. z ਕੀ ਹੁੰਦਾ ਜੀ 0 +-1 +-2 +-3 ਇਹ ਹੁੰਦਾ. ਇਹਨੂੰ 2 ਨਾਲ ਮਲਟੀਪਲਾਈ ਕਰ ਦਿਓ ਸਾਰਿਆਂ ਨੂੰ. ਇਹ 2 ਨਾਲ ਮਲਟੀਪਲਾਈ ਕੀਤਾ 0 ਇਹ 2 ਆ ਜਾਏਗਾ ਇਹ 4 ਆ ਜਾਏਗਾ 6 ਆ ਜਾਏਗਾ ਤਾਂ 2z ਹੀ ਇਹ. ਇਹਨੂੰ ਆਪਾਂ ਈਵਨ ਇੰਟੀਜਰਸ ਕਹਿੰਦੇ ਆ. ਈਵਨ ਜਿਹੜਾ ਪਿੱਛੇ ਆਪਾਂ ਐਗਜ਼ਾਮਪਲ ਲਈ ਸੀ ਜੀ
ਇੱਕ ਥਿਊਰਮ ਕਰਵਾਈ ਸੀ, ਉਹ 'ਚ ਐਗਜ਼ਾਮਪਲ ਲਈ ਸੀ, ਇਹਨੂੰ ਕਿਹਾ ਸੀ ਆਪਾਂ ਮਲਟੀਪਲਸ ਆਫ 2, ਇਹ 2 ਦੇ ਮਲਟੀਪਲ ਨੇ ਸਾਰੇ। ਸੋ ਠੀਕ ਆ, ਕੁਐਸਚਨ ਕਰਵਾਉਣੇ ਸੀਗੇ ਜੀ, ਕੰਮ ਕਰ ਲਿਓ। ਬਾਕੀ ਆਪਾਂ ਬੇਸ ਨੁਮੈਰੀਕਲ ਪੋਰਸ਼ਨ ਬਸ ਆਹੀ ਸੀ ਥੋੜ੍ਹਾ ਜਿਹਾ, ਬਾਕੀ ਜਿਹੜਾ ਕਾਫੀ ਜਿਹੜਾ ਪੋਰਸ਼ਨ ਹੈਗਾ ਉਹ ਥਿਓਰੈਟੀਕਲ ਪੋਰਸ਼ਨ ਆਊਗਾ ਜੀ, ਉਹ ਫਿਰ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਥੈਂਕ ਯੂ।